तेरा मोहना सारों में जन तेरा मोहना सारों में जन तेरा राम गुसैया जी के जीवना राम गुसैया जी के जीवना मोहना सारों में जन तेरा मोहना सारों में जन तेरा राम गुसैया जी के जीवना राम गुसैया जी के जीवना मोहना सारों में जन तेरा मोहना सारों में जन तेरा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀ ਸੰਗਤ ਦਾ ਅੱਜ ਦੀ ਇਸ ਵਡਿਆਈ ਵਿਚਾਰ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਅਕਾਲ ਪੁਰਖ ਦੀ ਬੜੀ ਬਖਸ਼ਿਸ਼ ਹੈ ਕਿ ਉਹਨਾਂ ਨੇ ਸਾਨੂੰ ਅੱਜ ਫਿਰ ਦੁਬਾਰਾ ਇਸ ਸਮਾਂ ਦਿੱਤਾ ਹੈ ਤਾਂ ਜੋ ਅਸੀਂ ਸਾਰੇ ਜੁੜ ਸਕੀਏ ਤੇ ਵਿਚਾਰ ਕਰ ਸਕੀਏ। ਸੋ ਅਸੀਂ ਅੱਜ ਦੀ ਵਿਚਾਰ ਦੀ ਆਰੰਭਤਾ ਕਰਦੇ ਹਾਂ ਜੀ। ਸੋ ਅੱਜ ਜਾਪ ਤੇ ਸ਼ਲੋਕ ਦੀ ਸੇਵਾ ਨਿਭਾਉਣਗੇ ਜੀ ਹਰਪ੍ਰੀਤ ਕੌਰ ਜੋ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਟੂਡੈਂਟ ਨੇ। ਇਹ 12ਵੀਂ ਕਲਾਸ ਦੇ ਨੇ ਤੇ ਇਹ ਅਕਸਰ ਸੰਗਤ ਨਾਲ ਬੜੀ ਹੀ ਸੋਹਣੀ ਵਿਚਾਰ ਸ਼ੇਅਰ ਕਰਦੇ ਆ। ਸੋ ਮੈਂ ਰਿਕੁਐਸਟ ਕਰਦੀ ਹਾਂ ਸਹਿਜਵੀਰ ਜੀ ਨੂੰ ਕਿ ਉਹ ਪਲੀਜ਼ ਇਹਨਾਂ ਨੂੰ ਸਪੋਰਟ ਕਰ ਦੇਣ ਤੇ ਹਰਪ੍ਰੀਤ ਕੌਰ ਜੀ ਸਾਰੀ ਸੰਗਤ ਨੂੰ ਜਾਪ ਸਰਵਨ ਕਰਾਉਣ ਜੀ। ਵਾਹਿਗੁਰੂ ਜੀ ਆਵਾਜ਼ ਨਹੀਂ ਆ ਰਹੀ ਹਰਪ੍ਰੀਤ ਕੌਰ ਜੀ। नहीं आ रही जी आवाज। एक बारी म्यूट अनम्यूट एक बार दोबारा कर लो जी अपने आप में। नहीं आ रही जी आवाज। नहीं आ रही जी। नहीं आ रही जी। मे बी कोई प्रॉब्लम आ रही है। हाँ जी। सो जिन्नी देर तक जी हरप्रीत कौर जी सानू दोबारा ज्वाइन करते हैं ਤਾਂ ਅਸੀਂ ਸਾਰੇ ਇੱਕ ਵਾਰ ਜਾਪ ਕਰ ਲੈਂਦੇ ਹਾਂ ਜੀ। ਇੱਕ ਓੰਕਾਰ
सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद वाहेगुरु 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 वाहिगुरु जी का खालसा वाहिगुरु जी की फतेह। हाँ जी, हरप्रीत कौर जी साडे नाल जुड़ चुके हैं जी। वाहिगुरु जी का खालसा वाहिगुरु जी की फतेह जी। की हुण आ फतेह रही है आवाज? जी, हाँ जी बिल्कुल आ रही है जी। सो मैं रिक्वेस्ट करती हूँ हरप्रीत कौर जी नूं कि वो अज दे श्लोक पढ़ दें जी। हाँ जी वीर जी स्क्रीन शेयर कर दिओ जी। कबीर आसा करिए राम की अवरै आस निरास नरक पर है ते मानई जो हरे नाम उदास कबीर आसा करिए राम की अवरै आस निरास नरक पर है ते मानई जो हरे नाम उदास। अर्थ आसा की परमात्मा उत्ते आस रखिए परमात्मा दा आसरा तकीए निरास निरास नरक पर है नरक विच पैंदे हन सदा दुखी रहंदे हन मानई मनुख। अर्थ हे कबीर जे मन वास्ते शांति दी ठौर चाहिदी है तां साध संगत विच जुड़ के
ਇੱਕ ਪਰਮਾਤਮਾ ਉੱਤੇ ਡੋਰੀ ਰੱਖਣੀ ਚਾਹੀਦੀ ਹੈ। ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ। ਜੋ ਮਨੁੱਖ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜ ਲੈਂਦੇ ਹਨ, ਉਹ ਨਰਕ ਵਿੱਚ ਪਏ ਰਹਿੰਦੇ ਹਨ, ਸਦਾ ਦੁਖੀ ਰਹਿੰਦੇ ਹਨ। ਵਾਹ ਜੀ। ਸੋ ਹੁਣ ਮੈਂ ਰਿਕੁਐਸਟ ਕਰਦੀ ਹਾਂ ਹਰਪ੍ਰੀਤ ਕੌਰ ਜੀ ਨੂੰ ਪਹਿਲਾਂ ਕਿ ਉਹ ਆਪਣੇ ਵਿਊਜ਼ ਸ਼ੇਅਰ ਕਰਨ ਇਸ ਸ਼ਲੋਕ ਦੇ ਰਿਗਾਰਡਿੰਗ। ਮੇਰੇ ਹਿਸਾਬ ਨਾਲ ਤੇ ਗੁਰੂ ਜੀ ਨੇ ਕਿਹਾ ਸਾਨੂੰ, ਕਬੀਰ ਜੀ ਨੇ ਸਾਨੂੰ ਇਹ ਸਮਝਾਇਆ ਵਾ ਕਿ ਅਗਰ ਅਸੀਂ ਮਨ ਦੀ ਸ਼ਾਂਤੀ ਚਾਹੁੰਦੇ ਹਾਂ ਨਾ, ਤੇ ਸਾਨੂੰ ਆ ਫਿਰ ਦੁਨਿਆਵੀ ਪਦਾਰਥਾਂ ਤੇ ਦੁਨਿਆਵੀ ਰਿਸ਼ਤਿਆਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਸਾਨੂੰ ਲੱਗਦਾ ਕਿ ਸਾਨੂੰ ਇਹ ਖੁਸ਼ੀ ਬਸ ਇਹ ਚੀਜ਼ ਮਿਲ ਜੇ ਤੇ ਆਪਾਂ ਖੁਸ਼ ਹਾਂ, ਅਗਰ ਸਾਨੂੰ ਇਹ ਮਿਲ ਜੇ ਤੇ ਆਪਾਂ ਖੁਸ਼ ਹਾਂ। ਪਰ ਅਸਲ ਗੱਲ ਤੇ ਹੈਗੀ ਆ ਕਿ ਸਾਨੂੰ ਕਦੀ ਸੰਤੁਸ਼ਟੀ ਮਿਲਦੀ ਹੀ ਨਹੀਂ ਨਾ। ਜੇ ਸਾਨੂੰ ਅਸਲੀ ਸੰਤੁਸ਼ਟੀ ਚਾਹੀਦੀ ਆ, ਵਿਕਾਸ ਚਾਹੀਦਾ ਮਨ ਦਾ, ਤੇ ਉਹ ਸਿਰਫ ਪਰਮਾਤਮਾ ਦੇ ਨਾਮ ਨਾਲ ਹੀ ਮਿਲਣਾ। ਅਸਲ ਸ਼ਾਂਤੀ ਪਰਮਾਤਮਾ ਦੇ ਨਾਮ ਨਾਲ ਹੀ ਮਿਲੇਗੀ। ਜਿਵੇਂ ਹੁਣ ਤੁਕ ਵੀ ਆ ਗੁਰਬਾਣੀ ਦੀ, ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ, ਦੂਜੀ ਨਾ ਹੀ ਜਾਏ। ਹੋਰ ਕੋਈ ਜਗ੍ਹਾ ਹੀ ਹੈ ਨਹੀਂ, ਹੋਰ ਕੋਈ ਆਸਰਾ ਹੀ ਹੈ ਨਹੀਂ ਪਰਮਾਤਮਾ ਤੋਂ ਬਿਨਾਂ, ਜਿਹੜਾ ਕਿ ਸਾਨੂੰ ਮਨ ਦੀ ਸ਼ਾਂਤੀ ਦੇਗਾ। ਉਵੇਂ ਭੁਲੇਖਾ ਤਾਂ ਸਾਰੇ ਹੀ ਪਾਉਂਦੇ ਆ, ਅਸਲੀ ਸ਼ਾਂਤੀ ਸਿਰਫ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਿਲਦੀ ਆ। ਹੋਰ ਕਿਤੋਂ ਆਸ ਕਰਕੇ ਕੁਝ ਨਹੀਂ ਮਿਲਣਾ। ਆਸਾ ਕਰਤਾ ਜਗ ਮੁਆ, ਆਸਾ ਮਰੈ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ। ਸੋ ਅਸਲ ਜਿਹੜੀ ਮਨ ਦੀ ਸ਼ਾਂਤੀ ਹੈ, ਉਹ ਸਿਰਫ ਉਸ ਪਰਮਾਤਮਾ ਦੇ ਨਾਲ ਚਿੱਤ ਲਾ ਕੇ ਹੀ ਮਿਲਣੀ ਹੈ। ਬਾਕੀ ਸਾਰੇ ਦੁਨਿਆਵੀ ਪਦਾਰਥ ਇੱਕ ਭੁਲੇਖਾ ਹੀ ਹੈ। ਤੇ ਇਤਨੇ ਕੀ ਵਿਚਾਰ ਜੀ ਮੇਰੇ। ਬਹੁਤ ਵਧੀਆ ਜੀ। ਸੋ ਹਰਪ੍ਰੀਤ ਕੌਰ ਜੀ ਨੇ ਸਾਨੂੰ ਇਹਦਾ ਨਿਚੋੜ ਹੈ ਇਸ ਸ਼ਲੋਕ ਦਾ, ਉਹ ਤਾਂ ਸਾਨੂੰ ਉਹਨਾਂ ਨੇ ਦੇ ਦਿੱਤਾ ਕਿ ਜੇ ਸਾਨੂੰ ਮਨ ਦੀ ਸ਼ਾਂਤੀ ਚਾਹੀਦੀ ਹੈ ਤਾਂ ਸਾਨੂੰ ਉਸ ਪਰਮਾਤਮਾ ਨਾਲ ਜੁੜਨਾ ਹੀ ਪਏਗਾ। ਸਾਨੂੰ ਜਿਹੜੀ ਦੁਨਿਆਵੀ ਆਸਾਂ ਨੇ, ਸਾਨੂੰ ਉਹਨਾਂ ਨੂੰ ਛੱਡਣਾ ਹੀ ਪਏਗਾ। ਤੇ ਇਸ ਸ਼ਲੋਕ ਦੇ ਵਿੱਚ ਕਬੀਰ ਜੀ ਕੀ ਕਹਿੰਦੇ ਹੈ ਕਿ ਜੋ ਪਰਮਾਤਮਾ ਦੇ ਨਾਮ ਤੋਂ ਦੂਰ ਹਨ, ਉਹ ਸਦਾ ਹੀ ਨਰਕ ਵਿੱਚ ਪਏ ਰਹਿੰਦੇ ਹਨ। ਭਾਵ ਉਹ ਸਦਾ ਹੀ ਦੁਖੀ ਰਹਿੰਦੇ ਹਨ। ਉਹ ਕਦੀ ਸੁਖੀ ਰਹਿੰਦੇ ਹੀ ਨਹੀਂ, ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਟੁੱਟੇ ਹੋਏ ਹਨ। ਸੋ ਸੰਗਤ ਜੀ, ਇਹ ਸ਼ਲੋਕ ਦੇ ਵਿੱਚ ਜਿਹੜਾ ਆਸਾ ਸ਼ਬਦ ਹੈ, ਮੈਂ ਚਾਹਾਂਗੀ ਕਿ ਅਸੀਂ ਥੋੜਾ ਜਿਹਾ ਉਸ ਉੱਤੇ ਵੀ ਵਿਚਾਰ ਕਰੀਏ ਕਿ ਇੱਥੇ ਕਿਹੜੀ ਆਸ ਦੀ ਗੱਲ ਕੀਤੀ ਗਈ ਹੈ, ਇੱਥੇ ਆਸ ਤੋਂ ਕੀ ਭਾਵ ਹੈ। ਸੋ ਮੈਂ ਚਾਹਾਂਗੀ ਕਿ ਸੰਗਤ ਉਹ ਆਪਣੇ ਹੈਂਡ ਰੇਸ ਕਰਕੇ ਇਸ ਸ਼ਲੋਕ ਦੇ ਵਿਊਜ਼ ਦੇਣ ਜੀ, ਉਹ ਆਪਣੇ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕਰਨ। ਸੋ ਜਦੋਂ ਤੱਕ ਕੋਈ ਹੈਂਡ ਰੇਸ ਹੁੰਦਾ ਹੈ ਜੀ, ਤਾਂ ਮੈਨੂੰ ਇੱਥੇ ਆਸ ਤੋਂ ਕੀ ਭਾਵ ਲੱਗਦਾ ਹੈ, ਜਿਵੇਂ ਸਾਨੂੰ ਹੁੰਦਾ ਹੈ ਕਿ ਸਾਨੂੰ ਇਹ ਵੀ ਮਿਲ ਜੇ, ਸਾਨੂੰ ਆਸ ਹੁੰਦੀ ਹੈ ਕਿ ਅਸੀਂ ਇਹ ਵੀ ਲੈ ਲਈਏ, ਉਹ ਵੀ ਲੈ ਲਈਏ। ਤੇ ਸਾਨੂੰ ਇਹ ਹੁੰਦਾ ਕਿ ਸਾਨੂੰ ਪਰਮਾਤਮਾ ਜੋ ਸਾਨੂੰ ਚਾਹੀਦਾ ਉਹ ਸਾਰਾ ਕੁਝ ਦੇ ਦੇ। ਪਰ ਇੱਥੇ ਆਸ ਦਾ ਮਤਲਬ ਜੋ ਮੈਨੂੰ ਲੱਗਦਾ ਹੈ ਉਹ ਇਹ ਹੈ ਕਿ ਪਰਮਾਤਮਾ ਉੱਤੇ ਅਸੀਂ ਆਸ ਰੱਖੀਏ। ਭਾਵ ਸਾਨੂੰ ਇਸ ਪਰਮਾਤਮਾ ਤੇ ਭਰੋਸਾ ਹੋਵੇ, ਸਾਡਾ ਉਸ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਹੋਵੇ ਕਿ ਜੋ ਵੀ ਪਰਮਾਤਮਾ ਸਾਨੂੰ ਦੇਗਾ, ਅਸੀਂ ਉਹਦੇ ਵਿੱਚ ਹੀ ਸਾਨੂੰ ਰੱਜ ਆ ਜਾਵੇ, ਅਸੀਂ ਉਹਦੇ ਵਿੱਚ ਹੀ ਸੈਟਿਸਫਾਈਡ ਹੋਈਏ, ਅਸੀਂ ਕੰਟੈਂਟਡ ਫੀਲ ਕਰੀਏ। ਸੋ ਮੈਂ ਚਾਹਾਂਗੀ ਕਿ ਸੰਗਤ ਵਿੱਚੋਂ ਕੋਈ ਆਪਣੇ ਵਿਊਜ਼ ਸ਼ੇਅਰ ਕਰਨ ਜੀ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਸ਼ਲੋਕ ਤੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਕਿ ਹਾਂਜੀ, ਵਰਿੰਦਰਜੀਤ ਕੌਰ ਜੀ ਦਾ ਹੈਂਡ ਰੇਜ਼ ਹੈ ਜੀ, ਲੈ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कबीर आशा करिए राम की, अवरे आस निराश, नरक पर है ते मानई, जो हर नाम उदास। परमात्मा ਦੀ ਪ੍ਰਾਪਤੀ ਦੀ ਆਸ ਤੋਂ ਬਿਨਾ ਹੋਰ ਜਿਤਨੀਆਂ ਆਸਾਂ ਹਨ, ਸਭ ਨਿਰਾਸ਼ਾ ਦਾ ਰੂਪ ਹਨ, ਨਿਸਫਲ ਹਨ। ਦੁਨਿਆਵੀ ਆਸਾਂ ਸਭ ਨਰਕਾਂ ਵਿੱਚ ਪਾਉਣ ਵਾਲੀਆਂ ਹਨ। ਪਰਮੇਸ਼ਰ ਦੀ ਆਸ ਤੋਂ ਬਿਨਾ ਸਭ ਆਸਾਂ ਦੁਖਦਾਈ ਹਨ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਆਸਾ ਵਿਚਤ ਦੁਖ ਕਣਾ, ਮਨਮੁਖ ਚਿਤ ਲਾਇਆ, ਗੁਰਮੁਖ ਭਏ ਨਿਰਾਸ਼, ਪਰਮ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ। ਆਂਟੀ ਨੇ ਸਾਡੇ ਨਾਲ ਬੜੇ ਸੋਹਣੇ ਵਿਚਾਰ ਆਪਣੇ ਸਾਂਝੇ ਕੀਤੇ ਹੈ। ਸੋ
यही श्लोक के रिगार्डिंग एक फरमान आता है जी, हम हर स्यों तड़ा किया मेरी हर टेक, मैं हर बिन पख तड़ा अवर न कोई, हों हर गुण गावा असंख अनेक। ਇਹਦਾ ਭਾਵ ਹੈ ਜੀ ਕਿ ਅਸਾਂ ਪਰਮਾਤਮਾ ਨਾਲ ਸਾਥ ਬਣਾਇਆ ਹੈ, ਪਰਮਾਤਮਾ ਹੀ ਮੇਰਾ ਆਸਰਾ ਹੈ, ਪਰਮਾਤਮਾ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ, ਕੋਈ ਧੜਾ ਨਹੀਂ। ਮੈਂ ਪਰਮਾਤਮਾ ਦੇ ਹੀ ਅਨੇਕਾਂ ਅਤੇ ਅਣਗਿਣਤ ਗੁਣ ਗਾਉਂਦਾ ਰਹਿੰਦਾ ਹਾਂ ਕਿ ਸਾਡਾ ਆਸਰਾ ਸਿਰਫ ਉਹ ਪਰਮਾਤਮਾ ਹੀ ਹੈ, ਉਹ ਆਸਰਾ ਜਿਹੜਾ ਸਾਡੇ ਨਾਲ ਸਦਾ ਹੀ ਰਹਿੰਦਾ ਹੈ ਤੇ ਸਾਡਾ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਪੱਖ ਨਹੀਂ ਹੈ, ਹੋਰ ਕੋਈ ਧੜਾ ਨਹੀਂ ਹੈ। ਸੋ ਅਸੀਂ ਉਸ ਪਰਮਾਤਮਾ ਨੂੰ ਹੀ ਇਕੱਲੇ ਮੰਨਣਾ ਹੈ, ਸਾਡੀ ਆਸ ਸਿਰਫ ਉਸ ਪਰਮਾਤਮਾ ਦੀ ਹੀ ਹੈ ਸਾਨੂੰ। ਤੇ ਅਸੀਂ ਤੇ ਇਹਦੇ ਵਿੱਚ ਸ਼ਬਦ ਵਰਤਿਆ ਗਿਆ ਜੀ ਰਾਮ ਇਸ ਸ਼ਲੋਕ ਦੇ ਵਿੱਚ। ਕੀ ਸ਼ਲੋਕ ਹੈ ਜੀ, कबीर आशा करिए राम की, असी राम की आशा करनी है। ते राम कौन है? जो हर जगह ते रमया होया है, भाव जो हर जगह ते व्यापक है। मैं चाहांगी कि संगत होर अपने व्यूज शेयर करन साडे सब नाल। मैं चाहांगी जी कि उर्विंदर अंकल ते परविंदर अंकल भी इस श्लोक दे संबंधी अपने विचार साझे करन जी। वाह जी। संगत जी ਜਿਹੜੀ ਵਿਚਾਰ ਭੈਣ ਜੀ ਵਰਿੰਦਰਜੀਤ ਕੌਰ ਜੀ ਨੇ ਕੀਤੀ ਹੈ, ਵਰਿੰਦਰਜੀਤ ਕੌਰ ਜੀ ਅਗਰ ਮੇਰੀ ਗੱਲ ਸੁਣਦੇ ਹੋਣ, ਮੇਰੀ ਆਵਾਜ਼ ਸੁਣਦੇ ਹੋਣ ਤਾਂ ਆਪਣਾ ਵੀਡੀਓ ਔਨ ਕਰਨ ਜੀ ਇੱਕ ਮਿੰਟ। ਬਹੁਤ ਪਿਆਰੀ ਵਿਚਾਰ ਉਹਨਾਂ ਨੇ ਕੀਤੀ ਹੈ, ਆਸਾ ਮਾਹੇ ਨਿਰਾਸ। ਭੈਣ ਜੀ ਇਹ ਵਿਚਾਰ ਕਿੱਥੋਂ ਪੜ੍ਹ ਰਹੇ ਸੀ ਤੁਸੀਂ ਜੀ? ਬੜੇ ਪਿਆਰੇ ਵਿਚਾਰ ਤੁਹਾਡੇ ਪਿਛਲੇ 2-3 ਦਿਨ ਤੋਂ ਸੁਣ ਰਿਹਾ ਮੈਂ। ਆਪਣੀ ਆਡੀਓ ਔਨ ਕਰਿਓ। ਹਾਂਜੀ ਵੀਰ ਜੀ, ਮੈਂ ਨਾ ਪੌਣੇ 2 ਸਾਲ ਸੰਥਿਆ ਲਈ ਆ, ਅਵਤਾਰ ਸਿੰਘ ਖਾਲਸਾ ਤਲਵੰਡੀ ਪੜਾਉਂਦੇ ਆ ਉਹ। ਅੱਛਾ ਜੀ। ਹਾਂਜੀ, ਉਹਨਾਂ ਦੇ ਨਾਲ ਸ਼ੇਅਰ ਕਰਦੀ ਹੁੰਨੀ ਆ। ਵਾਹ ਜੀ ਵਾਹ, ਬਹੁਤ ਪਿਆਰੇ ਵਿਚਾਰ ਕਿ ਆਸਾ ਮਾਹੇ ਨਿਰਾਸ਼ ਕਿੱਦਾਂ ਰਹੀਏ। ਅਸੀਂ ਰਹਿਣਾ ਵੀ ਦੁਨੀਆ ਦੇ ਵਿੱਚ ਹੈ, ਆਸਾ ਸਾਰੀਆਂ ਕਰਨੀਆਂ ਨੇ ਔਰ ਕੋਸ਼ਿਸ਼ ਕਰਨੀ ਹੈ ਪੂਰੀ ਕਰਨ ਦੀ, ਪਰ ਉਹਨਾਂ ਵਿੱਚ ਇਨਵੋਲਵ ਵੀ ਨਹੀਂ ਹੋਣਾ, ਉਹਨਾਂ ਤੋਂ ਅਲੱਗ ਵੀ ਰਹਿਣਾ, ਨਿਰਲੇਪ ਹੀ ਰਹਿਣਾ ਹੈ। ਵਾਹ ਜੀ, ਕਿਆ ਕਮਾਲ ਦੀ ਅੱਜ ਇਹ ਅਵਸਥਾ ਕਬੀਰ ਜੀ ਸਾਨੂੰ ਦੇ ਰਹੇ ਹਨ। ਬਾਣੀ ਕਹਿੰਦੀ ਹੈ ਕਿ ਆਸਾਂ ਸਭੇ ਲਾਹ ਕੇ ਇੱਕਾ ਆਸ ਕਮਾਓ। ਇੱਥੇ ਕਬੀਰ ਜੀ ਨੇ ਅੱਜ ਸਾਨੂੰ ਆਸ ਕਮਾਉਣ ਦੀ ਗੱਲ ਕੀਤੀ ਹੈ। ਕਹਿੰਦੇ ਬਹੁਤੀਆਂ ਆਸਾਂ ਅਸੀਂ ਛੱਡ ਕੇ ਅਗਰ ਸਿਰਫ ਰਾਮ ਦੀ ਆਸ ਕਰ ਲਾਂਗੇ। ਅਸੀਂ ਰਾਮ ਦੀ ਆਸ ਕਿਉਂ ਕਰਨੀ ਹੈ ਜੀ? ਅਗਰ ਅਸੀਂ ਸਿਰਫ ਰਾਮ ਦੀ ਆਸ ਕਰਾਂਗੇ ਤੇ ਉਹ ਕਹਿੰਦੇ ਨਾ ਵੀ ਅਗਰ ਅਸੀਂ ਕੋਈ ਚੀਜ਼ ਮੰਗਣੀ ਹੈ, ਇੱਕ ਚੀਜ਼ ਤੇ ਸਾਨੂੰ ਚਾਹੀਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਅਸੀਂ ਚੀਜ਼ਾਂ ਮੰਗਣ ਦੀ ਬਜਾਏ ਮਾਲਕ ਨੂੰ ਮੰਗ ਲਈਏ ਤਾਂ ਉਹ ਸਾਰੀਆਂ ਚੀਜ਼ਾਂ ਵੀ ਉਹਦੇ ਨਾਲ ਆ ਜਾਣਗੀਆਂ। ਇਸ ਕਰਕੇ ਅਸੀਂ ਉਸ ਮਾਲਕ ਨੂੰ ਮੰਗਣਾ ਹੈ। ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ, ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪੰਜਮ ਪਾਤਸ਼ਾਹ ਕਿ ਆਸਾਂ ਸਭੇ ਲਾਹੇ ਕੇ ਇੱਕਾ ਆਸ ਕਮਾਓ। ਉਹ ਕਮਾਈਏ ਕਿਵੇਂ ਜੀ? ਪਾਤਸ਼ਾਹ ਕਹਿੰਦੇ ਨੇ ਇੱਕ ਆਸ ਪੱਕੀ ਕਰ ਲੈ। ਕਿਹੜੀ ਆਸ ਪੱਕੀ ਕਰ ਲੈ? ਜਿੰਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ। ਜਿਨ੍ਹਾਂ ਨੇ ਉਹ ਸਤਿਗੁਰੂ ਨੂੰ ਸੇਵਿਆ, ਉਸ ਬਖਸ਼ਿਸ਼ ਲਈ ਆ ਉਹਦੀ, ਹਮੇਸ਼ਾ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਨੇ, ਉਹਨਾਂ ਨੇ ਸਾਰਾ ਕੁਝ ਇਸ ਦੁਨੀਆ ਵਿੱਚ ਵੀ ਪਾ ਲਿਆ, ਉਹਨਾਂ ਨੂੰ ਅੱਗੇ ਜਾ ਕੇ ਵੀ ਬਹੁਤ ਵਧੀਆ ਜਗ੍ਹਾ ਪਾਤਸ਼ਾਹ ਸਤਿਸੰਗਤ ਦਿੰਦੇ ਨੇ। ਵਾਹ ਜੀ, ਮੈਂ ਬਾਕੀ ਸੰਗਤ ਨੂੰ ਵੀ ਕਹਾਂਗਾ ਜੀ ਬੜਾ ਵਧੀਆ ਸ਼ਲੋਕ ਹੈ ਬੇਟਾ। ਅਗਰ ਅਗਲਾ ਸ਼ਲੋਕ ਵੀ ਨਾਲ ਆਪਾਂ ਪੜ੍ਹ ਲਈਏ, ਸਿੱਖ ਸਾਖਾ ਬਹੁਤ ਦੇਖੀਏ, ਬਿਲਕੁਲ ਸੇਮ ਸ਼ਲੋਕ ਹੈ, ਦੋਵਾਂ ਦੀ ਇਕੱਠੀ ਵਿਚਾਰ ਹੋ ਜਾਏ। ਹਾਂਜੀ ਹਾਂਜੀ। ਸੋ ਹਰਪ੍ਰੀਤ ਕੌਰ ਜੀ ਦੂਜਾ ਸ਼ਲੋਕ ਵੀ ਪੜ੍ਹ ਦਿਓ ਜੀ। कबीर सिख साखा बहुते किए, केसो कियो ना मीत, चाले थे हर मिलन को, बीचै अटक्यो चीत। कबीर सिख साखा बहुते किए,
केसो कियो न मीत, चाले थे हर मिलन को, बीचै अटक्यो चीत। सिख चेले चाटड़े, चेले चाले, केसो जिसਦੇ ਲੰਮੇ ਲੰਮੇ ਕੇਸ ਹਨ ਉਹ ਹਰੀ ਪਰਮਾਤਮਾ, ਚਾਲੇ ਥੇ ਤੁਰੇ ਸਨ ਉਦਮ ਕੀਤਾ ਸੀ, ਅਟਕਿਓ ਫਸ ਗਏ। ਅਰਥ, ਹੇ ਕਬੀਰ, ਜਿਨ੍ਹਾਂ ਨੇ ਪਰਮਾਤਮਾ ਨੂੰ ਮਿੱਤਰ ਨਾ ਬਣਾਇਆ, ਪਰਮਾਤਮਾ ਨਾਲ ਸਾਂਝ ਨਾ ਬਣਾਈ ਤੇ ਕਈ ਚੇਲੇ ਚਾਟੜੇ ਬਣਾ ਲਏ, ਉਹਨਾਂ ਨੇ ਪਹਿਲਾਂ ਤਾਂ ਭਾਵੇਂ ਪਰਮਾਤਮਾ ਨੂੰ ਮਿਲਣ ਦਾ ਉਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿੱਚ ਹੀ ਅਟਕ ਗਿਆ। ਚੇਲੇ ਚਾਟੜਿਆਂ ਤੋਂ ਸੇਵਾ ਪੂਜਾ ਕਰਾਉਣ ਵਿੱਚ ਹੀ ਰੁੱਝ ਗਏ, ਪ੍ਰਭੂ ਦਾ ਨਾਮ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ ਠੌਰ ਨਸੀਬ ਨਾ ਹੋਈ। ਨੋਟ ਪੜ੍ਹਨਾ ਆ ਜੀ। ਹਾਂਜੀ ਪੜ੍ਹ ਦਿਓ ਜੀ। ਜਿਨ੍ਹਾਂ ਦੀ ਸੰਗਤ ਕਰਨ ਦਾ ਜ਼ਿਕਰ ਸ਼ਲੋਕ ਨੰਬਰ 93 ਵਿੱਚ ਆਇਆ ਹੈ, ਉਹਨਾਂ ਬਾਰੇ ਭੁਲੇਖੇ ਤੋਂ ਬਚਾਉਣ ਲਈ ਕਬੀਰ ਜੀ ਆਖਦੇ ਹਨ, ਸਾਧ ਸਿਰਫ ਉਹੀ ਹਨ ਜੋ ਸਰਵ ਵਿਆਪਕ ਰਾਮ ਨੂੰ ਸਿਮਰਦੇ ਹਨ। ਜਿਨ੍ਹਾਂ ਨੇ ਚੇਲੇ ਚਾਟੜਿਆਂ ਵਾਲਾ ਅਡੰਬਰ ਰਚ ਲਿਆ ਹੈ ਤੇ ਜੋ ਬੰਦਗੀ ਵੱਲੋਂ ਖੁੰਝ ਕੇ ਆਪਣੀ ਸੇਵਾ ਪੂਜਾ ਵਿੱਚ ਮਸਤ ਹੋ ਗਏ ਹਨ, ਉਹ ਸਾਧ ਨਹੀਂ ਹਨ, ਭਾਵੇਂ ਉਹ ਹੋਰਨਾਂ ਨੂੰ ਉਪਦੇਸ਼ ਵੀ ਕਰਦੇ ਹਨ। ਹਾਂਜੀ ਸੋ ਆਪਣੇ ਵਿਊਜ਼ ਵੀ ਦੇ ਦਿਓ ਜੀ ਹਰਪ੍ਰੀਤ ਕੌਰ ਜੀ। ਇੱਥੇ ਨਾ ਕਬੀਰ ਜੀ ਨੇ ਸਾਨੂੰ ਇਸ ਸ਼ਲੋਕ ਵਿੱਚ ਇਹ ਦ੍ਰਿੜ ਕਰਵਾਇਆ ਕਿ ਸਾਨੂੰ ਅਸਲੀ ਸਾਧ ਦੀ ਪਹਿਚਾਣ ਹੋਣੀ ਚਾਹੀਦੀ ਆ। ਸਾਧ ਸਿਰਫ ਉਹੀ ਨਹੀਂ ਆ ਜੋ ਸਾਨੂੰ ਉਪਦੇਸ਼ ਦੇ ਰਿਹਾ ਹੈ ਬਸ, ਤੇ ਆਪਣੀ ਸੇਵਾ ਪੂਜਾ ਕਰਾਈ ਜਾ ਰਿਹਾ ਹੈ, ਜਦ ਕਿ ਅਸਲੀ ਸਾਧ ਦਾ ਕੰਮ ਤੇ ਆਪ ਤੇ ਉਹ ਅਕਾਲ ਪੁਰਖ ਨਾਲ ਲਿਵ ਲਾਏ ਹੀ ਹੁੰਦੇ ਆ। ਉਹਨਾਂ ਨੇ ਹੋਰਨਾਂ ਨੂੰ ਵੀ ਉਸੇ ਨਾਲ ਜੋੜਨ ਦਾ ਬਣਾਉਣਾ ਹੁੰਦਾ ਵੀ ਸਾਰੇ ਉਸ ਪਰਮਾਤਮਾ ਨਾਲ ਅਕਾਲ ਪੁਰਖ ਨਾਲ ਜੁੜਨ। ਪਰ ਅੱਜ ਕੱਲ੍ਹ ਜਿਹੜੇ ਭੇਖੀ ਸਾਧ ਆ ਉਹ ਬਸ ਆਪਣਾ ਹੀ ਸੋਚਦੇ ਹਨ, ਆਪਣੀ ਸੇਵਾ ਕਰਾਈ ਜਾਂਦੇ ਹਨ, ਆਪ ਮਾਇਆ ਇਕੱਠੀ ਕਰੀ ਜਾਂਦੇ ਹਨ, ਪਰ ਉਹ ਆਪ ਤੇ ਭਟਕੇ ਆਪ ਤੇ ਭਟਕੇ ਆ। ਪਰ ਜਿਹੜੇ ਲੋਕ ਉਹਨਾਂ ਕੋਲ ਆਸ ਲੈ ਕੇ ਆਉਂਦੇ ਆ ਵੀ ਸਾਨੂੰ ਉਹ ਪਰਮਾਤਮਾ ਨਾਲ ਜੋੜਨਗੇ, ਉਹਨਾਂ ਨੂੰ ਵੀ ਭਟਕਾ ਦਿੰਦੇ ਆ ਆਪਣੇ ਰਸਤੇ ਤੋਂ। ਤੇ ਸਾਨੂੰ ਇਸ ਦੀ ਪਰਖ ਕਰਨੀ ਚਾਹੀਦੀ ਆ ਵੀ ਅਸਲੀ ਸਾਧ ਜਿਹੜਾ ਆ ਉਹਦੇ ਗੁਣ ਕੀ ਆ ਤੇ ਅਸਲੀ ਸਾਧ ਕੀ ਆ। ਵਾਹਿਗੁਰੂ ਜੀ, ਬਸ ਇੰਨੇ ਵਿਚਾਰ ਸਨ। ਹਾਂਜੀ ਬਹੁਤ ਵਧੀਆ ਜੀ। ਸੋ ਇੱਕ ਮਨਦੀਪ ਕੌਰ ਜੀ ਦਾ ਹੈਂਡ ਰੇਜ਼ ਹੈ ਜੀ, ਅਸੀਂ ਪਹਿਲਾਂ ਉਹ ਲੈ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਇਸ ਸ਼ਲੋਕ ਦੀ ਇਹ ਸਮਝ ਲੱਗੀ ਹੈ ਕਿ ਕਬੀਰ ਜੀ ਕਹਿ ਰਹੇ ਨੇ ਕਿ ਜਿਹੜੇ ਸਾਧੂ ਮਹਾਂਪੁਰਖ ਜਿਹੜੇ ਮਤਲਬ ਕਿ ਚੱਲੇ ਸਨ, ਪਰਮਾਤਮਾ ਨੂੰ ਮਿਲਣ ਚੱਲੇ ਸਨ, ਭਾਵ ਕਿ ਪਰਮਾਤਮਾ ਦੇ ਨਾਲ ਲਿਵ ਲਗਾ ਰਹੇ ਸਨ, ਤਾਂ ਉਹਨਾਂ ਨੇ ਕਬੀਰ ਜੀ ਕਹਿ ਰਹੇ ਨੇ ਉਹਨਾਂ ਸਾਧੂ ਸੰਤਾਂ ਨੇ ਬਹੁਤ ਸਾਰੇ ਚੇਲੇ ਇਕੱਠੇ ਕਰ ਲਏ, ਬਹੁਤ ਸਾਰੇ ਆਪਣੇ ਮਿੱਤਰ ਇਕੱਠੇ ਕਰ ਲਏ, ਬਹੁਤ ਸਾਰੇ ਚੇਲੇ ਇਕੱਠੇ ਕਰ ਲਏ, ਬਹੁਤ ਸਾਰੇ ਸੇਵਕ ਵੀ ਇਕੱਠੇ ਕਰ ਲਏ ਜੋ ਉਸਦੀ ਸੇਵਾ ਕਰ ਰਹੇ ਨੇ। ਤੇ ਪਰ ਉਹ ਚੱਲੇ ਤਾਂ ਪਰਮਾਤਮਾ ਨੂੰ ਮਿਲਣ ਸੀ, ਪਰ ਉਹਨਾਂ ਦੇ ਨਾਲ ਚੇਲੇ ਤੇ ਸੇਵਕ ਤਾਂ ਆਏ ਸਨ ਕਿ ਉਹ ਸਾਧੂ ਮਹਾਂਪੁਰਖ ਸਾਨੂੰ ਵੀ ਪਰਮਾਤਮਾ ਨਾਲ ਮਿਲਾਉਣਗੇ। ਪਰ ਉਹ ਆਪਣੀ ਸਾਧੂ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਆਪਣੀ ਸੇਵਾ ਵਿੱਚ ਜੁਟ ਜਾਂਦੇ ਨੇ, ਭਾਵ ਕਿ ਅੱਧ ਵਿੱਚ ਜਿਹੜੇ ਨੇ ਅੜ ਜਾਂਦੇ ਨੇ, ਭਾਵ ਕਿ ਉਸ ਪਰਮਾਤਮਾ ਤੱਕ ਪੂਰਾ ਪਹੁੰਚਦੇ ਹੀ ਨਹੀਂ ਤੇ ਅੱਧ ਵਿੱਚ ਹੀ ਆਪਣੇ ਚੇਲਿਆਂ ਤੋਂ ਜਿਹੜੇ ਸੇਵਕ ਹੁੰਦੇ ਨੇ ਉਹਨਾਂ ਤੋਂ ਸੇਵਾ ਕਰਵਾਉਣ ਲੱਗ ਜਾਂਦੇ ਨੇ। ਮੈਂ ਇਹੀ ਕਹਾਂਗੀ ਕਿ ਜਿਹੜੇ ਐਵੇਂ ਦੇ ਪਖੰਡੀ ਸਾਧ ਹੁੰਦੇ ਨੇ ਇਹਨਾਂ ਤੋਂ ਬਚਣਾ ਚਾਹੀਦਾ ਹੈ ਤੇ ਆਪਣੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਿਵਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਨੂੰ ਲੱਗਦਾ ਹੈ ਜੀ ਇਸ ਸ਼ਲੋਕ ਦੇ ਵਿੱਚ ਕਬੀਰ ਜੀ ਨੇ ਸਾਨੂੰ ਕੀ ਕਹਿਣਾ ਚਾਹਿਆ ਹੈ ਉਹ ਇਹ ਸੀ ਕਿ ਅਸੀਂ ਚੇਲੇ ਚਾਟੜੇ ਤਾਂ ਬਣਾ ਲਏ ਨੇ, ਪਰ ਉਸ ਹਰੀ ਨਾਲ ਅਸੀਂ ਸਾਂਝ ਨਹੀਂ ਪਾਈ, ਉਸਨੂੰ ਕਿ ਅਸੀਂ ਉਸ ਪਰਮਾਤਮਾ ਨੂੰ ਆਪਣਾ ਮਿੱਤਰ ਬਣਾਉਣਾ ਸੀ। ਤੇ ਚੱਲੇ ਤਾਂ ਅਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਲਈ ਸੀ, ਪਰ ਜਿਹੜਾ ਸਾਡਾ ਮਨ ਹੈ ਉਹ ਚੇਲਿਆਂ ਤੋਂ ਪੂਜਾ ਸੇਵਾ ਕਰਾਉਣ ਦੇ ਵਿੱਚ ਇੰਨਾ ਮਸਤ ਹੋ ਗਿਆ ਹੈ ਕਿ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੀ ਭੁੱਲ ਗਏ ਹਾਂ, ਕਿ ਅਸੀਂ ਹੋਰਨਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਪਰ ਜੋ ਸਾਡਾ ਅਸਲ ਕੰਮ ਸੀ ਕਿ ਅਸੀਂ ਉਸ ਪਰਮਾਤਮਾ ਨੂੰ ਮਿਲਣਾ ਹੈ, ਕਿ ਅਸੀਂ ਉਸ ਪਰਮਾਤਮਾ ਨੂੰ ਦਾ ਸਿਮਰਨ ਕਰਨਾ ਹੈ, ਅਸੀਂ ਉਹ ਭੁੱਲ ਗਏ ਹਾਂ। ਤੇ ਜਿਵੇਂ ਸਾਡਾ ਮਨ
ਚੇਲੇ ਚਾਟਰਿਆਂ ਤੋਂ ਆਪਣੀ ਸੇਵਾ ਕਰਾਉਣ ਵਿੱਚ ਹੀ ਮਸਤ ਹੈ, ਕਿ ਮਤਲਬ ਕਿ ਅਸੀਂ ਆਪਣੀ ਸਿਫਤਾਂ ਸੁਣਨ ਵਿੱਚ ਹੀ ਇੰਨੇ ਮਸਤ ਹਾਂ ਕਿ ਅਸੀਂ ਉਸ ਪਰਮਾਤਮਾ ਦੀ ਹੀ ਸਿਫਤ ਕਰਨਾ ਭੁੱਲ ਗਏ ਹਾਂ। ਸੋ ਸਾਡਾ ਅਸਲ ਕੰਮ ਜੋ ਸੀ ਕਿ ਅਸੀਂ ਉਸ ਪਰਮਾਤਮਾ ਨੂੰ ਮਿਲਣਾ ਹੈ, ਕਿ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋਵੇ। ਪਰ ਉਹ ਜਿਹੜਾ ਮਨੁੱਖ ਹੈ ਉਹ ਹੁਣ ਭੁੱਲ ਗਿਆ ਹੈ, ਕਿ ਉਹ ਆਪਣੀਆਂ ਹੀ ਸਿਫਤਾਂ ਸੁਣਨ ਦੇ ਵਿੱਚ ਇੰਨਾ ਮਸਤ ਹੈ। ਹਾਂਜੀ, ਲਵਪ੍ਰੀਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ, ਲੈ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇੱਥੇ ਆਸਾ ਬਾਰੇ ਇੱਕ ਪੰਕਤੀ ਸ਼ੇਅਰ ਕਰਨਾ ਚਾਹੁੰਦਾ, ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਬੇਨਤੀ ਚੌਪਈ ਸਾਹਿਬ ਦੇ ਵਿੱਚ ਹੈਗਾ ਜੀ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਸਾਨੂੰ ਆਸ ਲਾਉਣੀ ਚਾਹੀਦੀ ਹੈ। ਪਾਤਸ਼ਾਹ ਦੱਸਦੇ ਹਨ ਸਾਨੂੰ ਵੀ ਸਾਡੀ ਜਿਹੜੀ ਆਸ ਹੈਗੀ ਆ, ਉਹ ਸਾਨੂੰ ਕਾਹਦੀ ਆਸ ਲੱਗੇ, ਸਾਨੂੰ ਭਜਨ ਦੀ ਪਿਆਸ ਲੱਗੇ ਪਰਮਾਤਮਾ ਦੀ। ਜਿੱਦਾਂ ਸਾਨੂੰ ਭੋਜਨ ਦੀ ਭੁੱਖ ਲੱਗਦੀ ਹੈ, ਉੱਦਾਂ ਸਾਡੇ ਅੰਦਰ ਭਜਨ ਦੀ ਵੀ ਤਾਂਘ ਪੈਦਾ ਹੋਵੇ, ਤੜਫ ਪੈਦਾ ਹੋਵੇ। ਜੋ ਸਾਡਾ ਪਰਮਾਤਮਾ ਨਾਲੋਂ ਵਿਛੋੜਾ ਹੈ, ਸਾਨੂੰ ਉਹ ਵਿਛੋੜਾ ਮਹਿਸੂਸ ਹੋਵੇ ਅਤੇ ਸਾਨੂੰ ਜਿਹੜੀ ਹੈਗੀ ਆ ਭਜਨ ਦੀ ਉਹ ਪਿਆਸ ਲੱਗੇ। ਜਿਸ ਤਰ੍ਹਾਂ ਅਸੀਂ ਆਪਣੀ ਆਸ ਹੈਗੀ ਆ ਉਹ ਦੁਨਿਆਵੀ ਲੋਕਾਂ ਤੋਂ ਲਾ ਲੈਂਦੇ ਹਾਂ, ਜਿੱਦਾਂ ਅਸੀਂ ਆਪਣੇ ਰਿਸ਼ਤਿਆਂ 'ਚ ਲਾ ਲੈਂਦੇ ਹਾਂ ਜੀ। ਜਿੱਦਾਂ ਰਹਿਰਾ ਸਾਹਿਬ ਦੇ ਵਿੱਚ ਵੀ ਇਹ ਤੁਕ ਆਉਂਦੀ ਹੈ ਜੀ, ਜਨਨ ਪਿਤਾ ਲੋਕ ਸੁਤ ਬਾਨੀਤਾ, ਕੋਏ ਨਾ ਕਿਸ ਕੀ ਧਰਿਆ। ਇਹ ਜਿਹੜੇ ਸਾਡੇ ਦੁਨਿਆਵੀ ਰਿਸ਼ਤੇ ਨੇ, ਮਾਤਾ ਹੋ ਗਿਆ, ਪੁੱਤ ਹੋ ਗਿਆ, ਜਾਂ ਸਾਡੇ ਸਾਕ ਸੰਬੰਧੀ ਹੋ ਗਏ, ਜਾਂ ਦੁਨੀਆ ਦੇ ਲੋਕ ਹੋ ਗਏ, ਅਸੀਂ ਉਹਨਾਂ ਤੋਂ ਆਸ ਲਗਾ ਲੈਂਦੇ ਹਾਂ, ਲੇਕਿਨ ਉਹ ਸਾਡੀ ਧਰ ਨਹੀਂ ਹਨ। ਉਹਨਾਂ ਦਾ ਸਾਨੂੰ ਆਸਰਾ ਨਹੀਂ ਹੈ। ਆਸਰਾ ਸਾਨੂੰ ਕੇਵਲ ਪਰਮਾਤਮਾ ਦਾ ਹੀ ਮਿਲਣਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਹੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਧੀਆ ਜੀ, ਕਿ ਸਾਡੇ ਵਿੱਚ ਉਸ ਨਾਮ ਦੀ ਤਾਂਘ ਹੋਵੇ, ਮਤਲਬ ਜੇ ਉਸ ਪਰਮਾਤਮਾ ਦਾ ਵਿਛੋੜਾ ਸਾਨੂੰ ਮਹਿਸੂਸ ਹੋਵੇ, ਤੇ ਤਾਂ ਹੀ ਹੋਏਗਾ। ਜੇ ਅਸੀਂ ਇੱਕ ਵਾਰ ਉਸ ਪਰਮਾਤਮਾ ਦੇ ਲੜ ਲੱਗ ਜਾਵਾਂਗੇ, ਤਾਂ ਹੀ ਸਾਨੂੰ ਉਸ ਪਰਮਾਤਮਾ ਦੇ ਨਾਮ ਦੀ ਪਿਆਸ ਹੋਏਗੀ। ਹਾਂਜੀ, ਦੋ ਹੈਂਡ ਰੇਜ਼ ਨੇ ਜੀ। ਹਾਂਜੀ, ਮਨਦੀਪ ਕੌਰ ਜੀ ਤੇ ਮਨਜੀਤ ਕੌਰ ਜੀ ਦਾ, ਲੈ ਲਓ ਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਸ ਵਿੱਚ ਚਾਹਾਂਗੀ ਜਿਹੜੇ ਪਹਿਲਾਂ ਕਿਹਾ ਤੇ ਉਸ ਪਹਿਲਾਂ ਵੀ ਅੰਕਲ ਕਹਿ ਕੇ ਗਏ ਨੇ ਕਿ ਸਾਡੇ ਅੰਦਰ ਤਾਂਘ ਹੋਣੀ ਚਾਹੀਦੀ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਨੇ, ਉਸ ਦੇ ਵਿੱਚ ਕਹਿੰਦੇ ਨੇ ਗੁਰੂ ਗੋਬਿੰਦ, ਫਸਟ ਸ਼ਲੋਕ ਹੈ, ਗੁਰੂ ਗੋਬਿੰਦ ਗਾਇਓ ਨਹੀਂ ਜਨਮ ਹੈ ਤਾਰਕ ਕੀਨ, ਕਹੋ ਨਾਨਕ ਹਰ ਭਜ ਮਨਾ ਜਹ ਬਿਤ ਜਲ ਗੋਮੀਨ। ਕਿ ਸਾਨੂੰ ਪਰਮਾਤਮਾ ਦੇ ਗੁਣ ਗਾਉਣਾ ਚਾਹੀਦੇ ਨੇ। ਜਿਹੜਾ ਗੁਰੂ ਗੋਬਿੰਦ ਗਾਇਓ ਨਹੀਂ, ਜਿਹੜਾ ਗੁਰੂ ਦੇ ਗੋਬਿੰਦ ਦੇ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ ਨਾ, ਜਨਮ ਹੀ ਅਕਾਰਤ ਕੀਨ, ਉਸਦਾ ਜਿਹੜਾ ਜੀਵਨ ਹੈ, ਉਸਦਾ ਜਨਮ ਹੈ, ਉਹ ਅਕਾਰਤ ਹੈ, ਭਾਵ ਕਿ ਵਿਅਰਥ ਹੈ। ਤੇ ਕਹੋ ਨਾਨਕ ਭਜ ਮਨਾ, ਵੀ ਨਾਨਕ ਕਹਿੰਦੇ ਨੇ ਕਿ ਹੇ ਮਨਾ, ਉਸ ਪਰਮਾਤਮਾ ਨੂੰ, ਉਸ ਪਰਮਾਤਮਾ ਦਾ ਭਜਨ ਕਰ। ਤੇ ਜਹ ਬਿਤ ਜਲ ਕੋ ਮੀਨ, ਵੀ ਜਿਵੇਂ ਇੱਕ ਮੱਛੀ ਹੈ ਜਿਹੜੀ ਉਹ ਉਹਦੇ ਨਾਲ ਪਾਣੀ ਨਾਲ ਚਿੰਬੜੀ ਰਹਿੰਦੀ ਹੈ ਨਾ, ਜਲ ਕੋ ਮੀਨ, ਵੀ ਜਲ ਨਾਲ ਚਿੰਬੜੀ ਰਹਿੰਦੀ ਹੈ। ਉਸੇ ਤਰ੍ਹਾਂ ਤੂੰ ਜਿਹੜਾ ਤੂੰ ਮਨੁੱਖ ਨੂੰ ਕਹਿ ਰਹੇ ਨੇ ਕਿ ਤੂੰ ਮਨੁੱਖਾ, ਤੂੰ ਇਹ ਮਨਾ ਵੀ ਤੂੰ ਹੀ ਉਸ ਪਰਮਾਤਮਾ ਦੇ ਨਾਮ ਨਾਲ ਚਿੰਬੜਿਆ ਹੈ। ਤੇ ਜੇ ਉਸ ਪਰਮਾਤਮਾ ਦੇ ਗੁਣ ਨਹੀਂ ਗਾਏਗਾ ਤਾਂ ਇਹ ਤੇਰਾ ਜਨਮ ਹੈ ਜਿਹੜਾ ਇਹ ਵਿਅਰਥ ਹੈ, ਅਕਾਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਮਨਦੀਪ ਕੌਰ ਜੀ ਨੇ ਬੜੇ ਹੀ ਵਧੀਆ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਹੈ ਕਿ ਅਸੀਂ ਆਪਣਾ ਅਸਲ ਮਨੋਰਥ ਨਾ ਭੁੱਲੀਏ। ਸੋ ਮੈਨੂੰ ਲੱਗਦਾ ਹੈ ਕਿ ਜੇ ਸਾਨੂੰ ਮਨ ਦੀ ਸ਼ਾਂਤੀ ਵੀ ਚਾਹੀਦੀ ਹੈ, ਜਾਂ ਜਿਹੜਾ ਸਾਨੂੰ ਮਨ ਦੀ ਸ਼ਾਂਤੀ ਲਈ ਜਿਹੜਾ ਅਸੀਂ ਠੌਰ ਲੱਭਣਾ ਹੈ, ਉਹ ਸਾਨੂੰ ਤਾਂ ਹੀ ਮਿਲ ਸਕਦਾ ਹੈ ਜੇ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੇ ਹੋਵਾਂਗੇ। ਸੋ ਕਬੀਰ ਜੀ ਨੇ ਇਹ ਹੁਣ ਜਿਹੜੀ ਸਾਡੀ ਇੱਕ ਦੋ ਦਿਨਾਂ ਤੋਂ ਵਿਚਾਰ ਹੋ ਰਹੀ ਹੈ, ਉਹ ਸਾਰੀ ਇਸ ਦੇ ਹੀ ਰਿਲੇਟਿਡ ਹੈ ਕਿ ਮਨ ਦੀ ਸ਼ਾਂਤੀ। ਤੇ ਕਬੀਰ ਜੀ ਸਾਨੂੰ ਬੜਾ ਹੀ ਇਹਦੇ ਵਿੱਚ ਸੋਹਣਾ ਸਮਝਾ ਰਹੇ ਹੈ ਕਿ ਜੇ ਸਾਨੂੰ ਮਨ ਦੀ ਸ਼ਾਂਤੀ ਚਾਹੀਦੀ ਹੈ ਤਾਂ ਅਲਟੀਮੇਟਲੀ ਗੱਲ ਉਹੀ ਹੈ ਕਿ ਸਾਨੂੰ ਉਸ ਪਰਮਾਤਮਾ ਨਾਲ ਜੁੜਨਾ ਪਏਗਾ, ਕਿ ਸਾਨੂੰ ਸੰਗਤ ਕਰਨੀ ਪਏਗੀ, ਕਿ ਮਤਲਬ ਕਿ ਅਸੀਂ ਸਾਧ ਸੰਗਤ ਕਰੀਏ ਤਾਂ ਕਿ ਅਸੀਂ ਉਸ ਪਰਮਾਤਮਾ ਨੂੰ ਮਿਲ ਪਾਈਏ। ਹਾਂਜੀ, ਮਨਜੀਤ ਕੌਰ ਜੀ ਦਾ ਹੈਂਡ ਰੇਜ਼ ਹੈ ਜੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਕੀ ਫਤਿਹ। ਫਤਿਹ। ਸਾਨੂੰ ਜੋ ਹੈ ਗੁਰਸਿੱਖ ਜੋ ਹੈ ਉਹਦੀ ਆਸ ਹੈ ਪਰਮਾਤਮਾ ਨੂੰ ਮਿਲਣ ਦੀ, ਉਹਨੇ ਗੁਰੂ ਨੂੰ ਮਿਲਣਾ ਹੈ, ਗੁਰੂ ਨੂੰ, ਔਰ ਇਸ ਲਈ ਜੋ ਹੈ ਉਹ ਸੰਗਤ ਵਿੱਚ ਵੀ ਜਾਂਦਾ ਹੈ, ਸਾਤਸੰਗ ਵੀ ਕਰਦਾ ਹੈ। ਫਿਰ ਲੇਕਿਨ ਸਾਨੂੰ ਧਿਆਨ ਕੀ ਰੱਖਣਾ ਹੈ ਕਿ ਸੰਗਤ ਅਸੀਂ ਕੈਸੀ ਕਰਨੀ ਹੈ, ਕੈਸੇ। ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਤੇ ਉੱਥੇ ਫਿਰ ਹੋ ਸਕਦਾ ਹੈ ਕਿਸੇ ਨੂੰ ਅਸੀਂ ਸਮਝੀਏ ਕਿ ਇਹ ਬੜਾ ਹੀ ਗੁਰਸਿੱਖ ਹੈ, ਇਹ ਬੜਾ ਹੀ ਪੂਰਨ ਹੈ, ਅਸੀਂ ਉਹਦੇ ਪਿੱਛੇ ਲੱਗ ਜਾਈਏ ਤੇ ਸਾਨੂੰ ਉਹ ਜਿਹੜਾ ਅਸੀਂ ਭਟਕ ਨਾ ਜਾਈਏ। ਇਸ ਕਰਕੇ ਸਾਨੂੰ ਕੀ ਧਿਆਨ ਰੱਖਣਾ ਹੈ ਕਿ ਅਸੀਂ ਜਦੋਂ ਕਿਸੇ ਦੀ ਸੰਗਤ ਕਰਨੀ ਹੈ, ਕਿਸੇ ਦੇ ਨਾਲ ਪਿਆਰ ਪਾਣਾ ਹੈ, ਤੇ ਅਗਰ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਿਹਾ ਤੇ ਉਹਦੀ ਅਸੀਂ ਸੰਗਤ ਕਰਨੀ। ਜਿਹੜਾ ਸਾਨੂੰ ਆਪਣੇ ਨਾਲ ਜੋੜੇਗਾ ਉਹ ਸਾਧ ਨਹੀਂ ਹੈ, ਜਿਹੜਾ ਸਾਧ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇਗਾ ਉਹੀ ਅਸਲ ਵਿੱਚ ਸਾਡੇ ਵਾਸਤੇ ਉੱਤਮ ਸੰਗਤ ਹੈ, ਉਹੀ ਸਾਧ ਹੈ। ਇਸ ਕਰਕੇ ਇਹ ਪਹਿਚਾਨ ਹੈ ਸਾਡੇ ਵਾਸਤੇ ਕਿ ਅਸੀਂ ਕੈਸੇ ਸਾਧ ਦੀ ਸੰਗਤ ਕਰਨੀ ਹੈ। ਜਿਹੜਾ ਸਾਧ ਸਾਨੂੰ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ, ਗੁਰੂ ਦੀ ਬਾਣੀ ਨਾਲ ਜੋੜੇ। ਜਿਹੜਾ ਆਪਣੇ ਨਾਲ ਜੋੜੇ ਉਹਦੇ ਕੋਲੋਂ ਦੂਰੋਂ ਜਾਈਏ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸੀ ਸੰਗਤ ਨਾਲ ਜੁੜੀਏ ਜੋ ਸਾਨੂੰ ਉਸ ਪਰਮਾਤਮਾ ਨਾਲ ਜੋੜੇ, ਜਾਂ ਜਿੱਥੇ ਆਪ ਹੀ ਪਰਮਾਤਮਾ ਵਿਆਪਕ ਹੋਵੇ। ਹਾਂਜੀ, ਦੋ ਹੈਂਡ ਹੋ ਰਹੇ ਨੇ ਜੀ। ਜੀ ਨਰਿੰਦਰਪਾਲ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ। ਹਾਂਜੀ, ਗੁਰਬਾਣੀ ਚ ਫਰਮਾਨ ਆਂਦਾ ਜੀ, ਏਕੋ ਸ਼ਬਦ ਵਿਚਾਰੀਏ ਅਵਰ ਤਿਆਗੇ ਆਸ, ਨਾਨਕ ਦੇਖ ਦਿਖਾਈਏ ਹੁਣ ਸਦ ਬਲਿਹਾਰੇ ਜਾਸ। ਹੋਰ ਆਸਾ ਲਾ ਕੇ ਸਾਨੂੰ ਕੇਵਲ ਇੱਕ ਨਾਮ ਦਾ ਹੀ ਆਸਰਾ ਲੈਣਾ ਚਾਹੀਦਾ ਹੈ। हे ਨਾਨਕ, ਮੈਂ ਗੁਰਾਂ ਉੱਤੇ ਸਦਾ ਹੀ ਸਦਕੇ ਜਾਂਦਾ ਹਾਂ ਜੋ ਵਾਹਿਗੁਰੂ ਨੂੰ ਆਪ ਵੇਖਦੇ ਹਨ ਤੇ ਹੋਰਨਾਂ ਨੂੰ ਦਿਖਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡਾ ਆਸਰਾ ਸਿਰਫ ਉਹ ਇੱਕ ਪਰਮਾਤਮਾ ਹੀ ਹੈ। ਜਿਵੇਂ ਲਵਪ੍ਰੀਤ ਸਿੰਘ ਜੀ ਨੇ ਕਿਹਾ ਸੀ ਕਿ ਸਾਨੂੰ ਮਤਲਬ ਜਿਹੜੇ ਸਾਡੇ ਰਿਲੇਸ਼ਨਸ ਹੁੰਦੇ ਆ, ਸਾਨੂੰ ਉਹਨਾਂ ਤੋਂ ਵੀ ਆਸਾਂ ਹੁੰਦੀਆਂ, ਪਰ ਸਾਡਾ ਜਿਹੜਾ ਅਸਲੀ ਆਸਰਾ ਹੈ ਉਹ ਸੱਚਾ ਪਰਮਾਤਮਾ ਹੀ ਹੈ। ਸੋ ਹਾਂਜੀ, ਸੁਪਰਨਪ੍ਰੀਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ WhatsApp ਤੇ ਇੱਕ ਮੈਸੇਜ ਆਇਆ ਸੀ, ਉਹਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਸ਼ੇਅਰ ਕੀਤੀ ਹੋਈ ਸੀ। ਉਹਦੇ ਵਿੱਚ ਨਾ ਕਿਹਾ ਸੀ ਕਿ ਜਿਵੇਂ ਇੱਕ ਰਾਜਾ ਹੈਗਾ ਤੇ ਰਾਜਾ ਜਿਵੇਂ ਬਾਹਰ ਜਾਂਦਾ ਹੈ ਤੇ ਉੱਥੇ ਦਰਬਾਨ ਖੜਾ ਸੀ, ਤੇ ਰਾਜਾ ਦਰਬਾਨ ਨੂੰ ਕਹਿੰਦਾ ਕਿ ਵੀ ਉਹ ਠੰਡ ਦਾ ਮੌਸਮ ਸੀ ਤੇ ਉਹਨੇ ਕੱਪੜੇ ਨਾ ਜਿਵੇਂ ਨੋਰਮਲ ਕੱਪੜੇ ਪਾਏ ਹੋਏ ਸੀ। ਤੇ ਰਾਜੇ ਨੇ ਪੁੱਛਿਆ ਕਿ ਬਈ ਤੁਹਾਨੂੰ ਠੰਡ ਨਹੀਂ ਲੱਗ ਰਹੀ? ਕਹਿੰਦਾ ਮੈਂ ਬੜੇ ਸਾਲ ਹੋ ਗਏ ਨੇ ਇਹੀ ਕੱਪੜੇ ਪਾਉਣਾ ਤੇ ਸਰਦੀ ਵਿੱਚ। ਤੇ ਰਾਜੇ ਨੇ ਕਿਹਾ ਕਿ ਵੀ ਚਲੋ ਮੈਂ ਅੰਦਰ ਜਾਂਦਾ ਤੇ ਮੈਂ ਕੀ ਨਾਮ ਹੈ ਤੇਰੇ ਵਾਸਤੇ ਸਰਦੀਆਂ ਵਾਲੇ ਕੱਪੜੇ ਲੈ ਆਉਣਾ। ਤੇ ਫਿਰ ਕੀ ਹੋਇਆ ਕਿ ਨਾਮ ਹੈ ਰਾਜਾ ਜਿਵੇਂ ਹੀ ਅੰਦਰ ਗਿਆ ਤੇ ਉਹ ਆਪਣੇ ਕੰਮ ਵਿੱਚ ਭੁੱਲ ਗਿਆ, ਤੇ ਜਿਹੜਾ ਦਰਬਾਨ ਸੀ ਉਹ ਬਾਹਰ ਖੜਾ ਰਿਹਾ ਤੇ ਵੇਟ ਕਰਦਾ ਰਿਹਾ। ਤੇ ਉਹਦੀ ਮਤਲਬ ਰਾਤੀ ਸਾਰੀ ਰਾਤ ਵੇਟ ਕਰਦੇ ਕਰਦੇ ਬੀਤ ਗਈ ਤੇ ਸਵੇਰੇ ਉਹਦੀ ਡੈਥ ਹੋ ਗਈ। ਤੇ ਉਹਨੇ ਰੇਤ ਤੇ ਕੁਝ ਲਿਖ ਦਿੱਤਾ ਕਿ ਬਈ ਕਿ ਮੈਂ ਅੱਜ ਤੱਕ ਤਾਂ ਮੈਂ ਇਦਾਂ ਹੀ ਆਪਣਾ ਗੁਜ਼ਾਰਾ ਕਰਦਾ ਰਿਹਾ, ਪਰ ਕਿ ਜਦ ਮੈਨੂੰ ਰਾਜੇ ਤੇ ਆਸ ਹੋ ਗਈ ਕਿ ਰਾਜਾ ਮੈਨੂੰ ਦੇਗਾ, ਤੇ ਫਿਰ ਮੇਰੀ ਆਸ ਦੇ ਕਾਰਨ ਮੇਰੀ ਜਾਨ ਨਿਕਲ ਗਈ। ਤੇ ਮੈਨੂੰ ਇਹ ਸਟੋਰੀ ਬੜੀ ਵਧੀਆ ਲੱਗੀ ਕਿ ਉਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਉਹਦੇ 'ਚ ਵੀ ਇਹੀ ਹੈ ਕਿ ਦੇਖੋ ਦੁਨੀਆ ਤੇ ਆਸ ਕੀਤੀ ਤੇ ਕਿੱਦਾਂ ਇੱਕ ਨਿਰਾਸ਼ਾ ਪੱਲੇ ਪਈ। ਤੇ ਗੁਰੂ ਸਾਹਿਬ ਇਹਦੇ 'ਚ ਕਬੀਰ ਜੀ ਵੀ ਸਾਨੂੰ ਸਮਝਾ ਰਹੇ ਨੇ ਕਿ ਇੱਕ ਆਸ ਰੱਖ ਉਸ ਪਰਮਾਤਮਾ ਤੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਧਰ ਜੀਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ। ਤੇ ਮੈਨੂੰ ਲੱਗਦਾ ਕਿ ਜੋ ਮੇਰੇ ਵਿਚਾਰ ਨੇ, ਸਾਨੂੰ ਇੱਕ ਪ੍ਰੈਕਟੀਕਲ ਉਹਦੇ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਕੋਈ ਪ੍ਰੈਕਟੀਕਲ ਕਿਸੇ ਦੀ ਗੱਲ ਸੁਣਦੇ ਆ ਤਾਂ। ਤੇ ਦੂਜਾ ਇੱਕ ਜਿਹੜੀ ਮੈਨੂੰ ਲੱਗੀ ਕਿ ਜਿਹੜੀ ਚੇਲੇ ਚੱਪਿਆਂ ਦੀ ਕਬੀਰ ਜੀ ਗੱਲ ਕਰ ਰਹੇ ਨੇ, ਹਨਾ, ਕਿ ਬਈ ਜਿਵੇਂ ਅਸੀਂ ਰੱਬ ਨੂੰ ਮਿਲਣ ਤੁਰੇ ਤੇ ਰਾਹ ਵਿੱਚ ਮੈਨੂੰ ਇੱਕ ਥੋੜਾ ਜਿਹਾ ਮੈਂ ਇਹਨੂੰ ਥੋੜੇ ਦੂਜੇ ਢੰਗ ਨਾਲ ਵੀ ਦੇਖਿਆ, ਆਪਣੇ ਨਾਲ ਜੋੜ ਕੇ, ਕਿ ਜਦ ਅਸੀਂ ਤੁਰਦੇ ਹਾਂ ਰੱਬ ਦੇ ਰਾਹ ਤੇ, ਮੈਂ ਆਪਣੀ ਗੱਲ ਕਰਦੀ ਹਾਂ, ਚਲੋ ਅਸੀਂ ਰੱਬ ਦੇ ਰਾਹ ਤੇ ਤੁਰਦੇ ਹਾਂ ਤੇ ਜਿਵੇਂ ਸ਼ੁਰੂਆਤ ਤਾਂ ਇਹੀ ਹੁੰਦੀ ਹੈ ਕਿ ਉਸ ਪਰਮਾਤਮਾ ਨਾਲ ਜੁੜਨਾ, ਪਰ ਜਦ ਜਰਾ ਜਾ ਹੀ ਅੱਗੇ ਤੁਰਦੇ ਹਾਂ ਤੇ ਕਿਤੇ ਨਾ ਕਿਤੇ ਵਾਹ ਪ੍ਰਸਿੱਧੀ ਕਿ ਅੱਜ ਮੇਰੇ ਸਾਰੇ ਕੰਮ ਪੂਰੇ ਹੋ ਰਹੇ ਨੇ, ਜਿੱਤੇ ਵੀ ਜਾ ਰਹੇ ਹਾਂ ਹਰ ਜਗ੍ਹਾ ਤੇ ਇੱਕ ਫਤਿਹ ਹੋਣਾ। ਜੇ ਅਸੀਂ ਇਹਨੂੰ ਦੂਜੇ ਢੰਗ ਨਾਲ ਲੈ ਜਾਂਦੇ ਹਾਂ ਕਿ ਹਾਂ ਬਈ
ਮੇਰਾ ਤਾਂ ਸਾਰਾ ਕੁਝ ਵਧੀਆ ਹੋ ਰਿਹਾ ਬਹੁਤ, ਜਾਂ ਮਤਲਬ ਕਿ ਲੋਕ ਸਾਨੂੰ ਕਹਿੰਦੇ ਆ ਤੁਸੀਂ ਬਹੁਤ ਵਧੀਆ ਹੋ, ਜਾਂ ਤੁਸੀਂ ਬੜੇ ਮਤਲਬ ਕਿ ਗਿਆਨੀ ਹੋ, ਜਾਂ ਕਈ ਵਰਡਸ ਯੂਜ਼ ਕਰ ਦਿੰਦੇ ਆ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਵੀ ਸਾਡੇ ਚੇਲੇ ਚਪਟੇ ਹੀ ਨੇ, ਉਹੀ ਸਾਡੀ ਰਾਹ ਤੇ ਉਹ ਮੰਮੇ ਵੀ ਸਾਡੇ ਚੇਲੇ ਚਪਟੇ ਸਮਝ ਲਓ, ਸਾਡੀ ਰਾਹ ਦੀਆਂ ਰੁਕਾਵਟਾਂ ਸਮਝ ਲਓ। ਤੇ ਸਾਨੂੰ ਆਪਣਾ ਗੁਰੂ ਦੇ ਅੱਗੇ ਅਰਦਾਸ ਕਰਕੇ ਆਪਣਾ ਭਾਂਡਾ ਵੱਡਾ ਕਰਨਾ ਚਾਹੀਦਾ। ਕਿਤੇ ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸੀ, ਜਦ ਮੈਂ ਇਹ ਗੱਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਮੇਸ਼ਾ ਆਪਣੇ ਗੁਰੂ ਸਾਹਿਬ ਅੱਗੇ ਜਾ ਕੇ ਨਾ ਆਪਣੇ ਭਾਂਡੇ ਵਾਸਤੇ ਅਰਦਾਸ ਕਰੋ ਕਿ ਗੁਰੂ ਸਾਹਿਬ ਜੇ ਮੈਨੂੰ ਜੋ ਦੇ ਰਹੇ ਹੋ ਨਾ, ਤੇ ਉਹ ਮੇਰੇ ਭਾਂਡੇ ਵਿੱਚ ਪੈ ਜਾਏ, ਤੇ ਮੇਰਾ ਭਾਂਡਾ ਵੀ ਗੁਰੂ ਸਾਹਿਬ ਵੱਡਾ ਕਰ ਦਿਓ, ਤੇ ਉਹ ਦਾਤ ਉਹਦੇ ਅੰਦਰ ਸਮਾ ਜਾਵੇ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਤਾਰੋ। ਬਸ ਇੰਨੀ ਗੱਲ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਂਟੀ ਜੀ ਨੇ ਸਾਨੂੰ ਇੱਕ ਨਵਾਂ ਹੀ ਪਰਸਪੈਕਟਿਵ ਦਿੱਤਾ ਹੈ ਕਿ ਜਿਹੜੇ ਅਸੀਂ ਚੇਲੇ ਚਾਚੇ ਦੀ ਗੱਲ ਕਰ ਰਹੇ ਸੀ, ਮਤਲਬ ਉਹਦੇ ਵਿੱਚ ਆਂਟੀ ਜੀ ਨੇ ਕਿਹਾ ਕਿ ਇਹਦੇ ਵਿੱਚ ਹਉਮੈ ਆ ਜਾਂਦਾ ਹੈ, ਹੰਕਾਰ ਆ ਜਾਂਦਾ ਹੈ। ਸੋ ਇਹ ਇੱਕ ਬੜਾ ਹੀ ਵਧੀਆ ਪਰਸਪੈਕਟਿਵ ਦਿੱਤਾ ਹੈ ਜੀ ਉਹਨਾਂ ਨੇ ਸਾਨੂੰ। ਸੋ ਹੁਣ ਮੈਂ ਰਿਕੁਐਸਟ ਕਰਦੀ ਹਾਂ ਜੇ ਹੋਰ ਕੋਈ ਜੇ ਆਪਣਾ ਹੈਂਡ ਰੇਸ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦੇ ਨੇ ਜੀ, ਨਹੀਂ ਤਾਂ ਅਸੀਂ ਹਾਂਜੀ ਜਸਵੀਰ ਸਿੰਘ ਜੀ ਦਾ ਹੈਂਡ ਰੇਸ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਵਿਚਾਰ ਹੋ ਰਹੀ ਹੈ ਭੈਣ ਜੀ। ਕਬੀਰ ਜੀ ਕਹਿੰਦੇ ਆ ਵੀ ਕਬੀਰ ਸਿੱਖ ਸਾਖਾ ਬਹੁਤੇ ਕੀ ਸੋ ਕੀਓ ਨਮੀਤ, ਚਾਲੇ ਥੇ ਹਰ ਮਿਲਣ ਕੋ ਬੀਜੈ ਅਟਕੇ ਚੀਤ। ਅੱਜ ਅਸੀਂ ਦੇਖਦੇ ਹਾਂ ਸਾਡੇ ਸੰਸਾਰ ਦੇ ਵਿੱਚ ਜਿਹੜੇ ਲੋਕ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਵਿਚਰੀਦਾ, ਜਾ ਕੇ ਦੇਖੀਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤਾਂ ਆਉਂਦੇ ਆ, ਪਰ ਉਹਨਾਂ ਨੂੰ ਪੁੱਛੀਦਾ ਵੀ ਤੁਸੀਂ ਗੁਰੂ ਨੂੰ ਮੰਨਦੇ ਹੋ? ਕਹਿੰਦੇ ਜੀ ਗੁਰੂ ਨੂੰ ਮੰਨਦੇ ਆ, ਤੇ ਪਰ ਜੇ ਆਪਾਂ ਸੋਚੀਏ ਉਹ ਗੁਰੂ ਦੀ ਅਸਲ ਗੱਲ ਨਹੀਂ ਮੰਨਦੇ, ਜਿਹੜਾ ਕਿ ਉਹ ਸੰਗਤ ਕਰਨ ਆਉਂਦੇ ਆ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਤੇ ਚੰਗੀ ਕਿਸਮਤ ਤੋਂ ਬਿਨਾਂ ਸਾਧ ਸੰਗਤ ਜਿਹੜੀ ਹੈ ਉਹ ਸਾਨੂੰ ਨਹੀਂ ਮਿਲ ਸਕਦੀ। ਤੇ ਸਾਧ ਸੰਗਤ ਤੋਂ ਬਿਨਾਂ ਜਿਹੜਾ ਮਨੁੱਖ ਦਾ ਮਨ ਹੈ ਉਹ ਵਿਕਾਰਾਂ ਦੀ ਮੈਲ ਨਾਲ ਲਿਬੜਿਆ ਹੀ ਰਹਿੰਦਾ ਹੈ। ਤੇ ਦੇਖੋ, ਵੱਡ ਭਾਗੀ ਹਰ ਸੰਗਤ ਪਾਵੈ, ਜਿਹਦੇ ਵੱਡੇ ਭਾਗ ਹੈ ਉਹ ਮਨੁੱਖ ਪ੍ਰਭੂ ਦਾ ਮਿਲਾਪ ਕਰਨ ਵਾਲੀ ਸਾਧ ਸੰਗਤ ਪ੍ਰਾਪਤ ਕਰਦੇ ਹੈ। ਜਿਹੜੇ ਭਾਗਹੀਨ ਹੁੰਦੇ ਆ, ਭਾਗਹੀਨ ਭਰਮ ਚੋਟਾ ਖਾਵੈ, ਪਰ ਜਿਹੜੇ ਨਿਭਾਗੇ ਬੰਦੇ ਹੁੰਦੇ ਆ ਉਹ ਭਟਕਣਾ ਚ ਪੈ ਕੇ ਉਹ ਚੋਟਾਂ ਹੀ ਖਾਂਦੇ ਆ, ਜਿਨ੍ਹਾਂ ਨੂੰ ਕਿ ਵਿਕਾਰਾਂ ਦੀਆਂ ਉਹ ਸੱਟਾਂ ਜਿਹੜੀਆਂ ਉਹ ਸਹਾਰਦੇ ਹਨ ਜੀ। ਤੇ ਇਸ ਕਰਕੇ ਜਿੱਦਾਂ ਵੀਰ ਜੀ ਨੇ ਵੀ, ਲਵਪ੍ਰੀਤ ਸਿੰਘ ਜੀ ਨੇ ਬੋਲਿਆ ਸੀਗਾ, ਤੇ ਅਸਲ ਜਿਹੜੇ ਗੁਰੂ ਹੈ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਅਸੀਂ ਕਿਸੇ ਨੂੰ ਗੁਰੂ ਨਹੀਂ ਮੰਨ ਸਕਦੇ ਜੀ। ਇਸ ਕਰਕੇ ਸਾਨੂੰ ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਾਨੂੰ ਚੰਗੀ ਕਿਸਮਤ ਨਾਲ ਸੰਗਤ ਪ੍ਰਾਪਤ ਹੁੰਦੀ ਹੈ, ਜਿਸ ਤਰ੍ਹਾਂ ਹੁਣ ਆਪਾਂ ਵੀ ਸੰਗਤ ਪ੍ਰਾਪਤ ਕਰ ਰਹੇ ਹਾਂ। ਤੇ ਆਪਾਂ ਪ੍ਰਭੂ ਦਾ ਸ਼ੁਕਰਾਨਾ ਕਰੀਏ ਕਿ ਹੇ ਪ੍ਰਭੂ ਸਾਨੂੰ ਚੰਗੀ ਸੰਗਤ ਕਰਨ ਦਾ ਬਲ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਵਿਚਾਰ ਸਾਂਝੇ ਕਰ ਰਹੀ ਹੈ ਜੀ ਸੰਗਤ। ਸੋ ਅੱਜ ਦੇ ਟੇਕ ਅਵੇਜ਼ ਇਹੀ ਨੇ ਜੀ ਕਿ ਅਸੀਂ ਸਿਰਫ ਉਸ ਪਰਮਾਤਮਾ ਦੀ ਹੀ ਟੇਕ ਲੈਣੀ ਹੈ, ਮਤਲਬ ਕਿ ਅਸੀਂ ਹੋਰ ਨਾ ਹੀ ਅਸੀਂ ਵਹਿਮਾਂ ਭਰਮਾਂ ਚ ਨਹੀਂ ਪੈਣਾ। ਸਾਡਾ ਆਸਰਾ ਸਿਰਫ ਉਹ ਇੱਕ ਪਰਮਾਤਮਾ ਹੀ ਹੈ, ਤੇ ਉਸ ਪਰਮਾਤਮਾ ਨੂੰ ਮਿਲਣ ਦਾ ਜ਼ਰੀਆ ਕੀ ਹੈ ਕਿ ਅਸੀਂ ਸੰਗਤ ਕਰੀਏ, ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ, ਵਿਚਾਰੀਏ ਤੇ ਕਮਾਈਏ। ਤੇ ਅਸੀਂ ਜਿਹੜੇ ਚੇਲੇ ਚਾਟੜਿਆਂ ਦੇ ਚੱਕਰਾਂ ਵਿੱਚ ਨਾ ਪਈਏ ਕਿ ਅਸੀਂ ਆਪਣੀਆਂ ਹੀ ਸਿਫਤਾਂ ਨਾ ਸੁਣੀਏ, ਸਗੋਂ ਅਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਤਾਂ ਜੋ ਅਸੀਂ ਉਸਨੂੰ ਮਿਲ ਪਾਈਏ। ਤੇ ਜੇ ਸਾਨੂੰ ਮਨ ਦੀ ਸ਼ਾਂਤੀ ਚਾਹੀਦੀ ਹੈ ਤਾਂ ਅਸੀਂ ਸਿਰਫ ਉਸ ਪਰਮਾਤਮਾ ਤੋਂ ਹੀ ਆਸ ਰੱਖੀਏ, ਸਾਰੀਆਂ ਦੁਨਿਆਵੀ ਆਸਾਂ ਨੂੰ ਛੱਡ ਦਈਏ। ਤੇ ਜੇ ਸਾਨੂੰ ਸਦਾ ਹੀ ਸੁੱਖ ਚਾਹੀਦਾ ਹੈ ਤਾਂ ਅਸੀਂ ਉਸ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ। ਜੇ ਹੋਰ ਕੋਈ ਹੈਂਡ ਰੇਸ ਕਰਨਾ ਚਾਹੁੰਦਾ ਹੈ ਜੀ ਤੇ ਉਹ ਕਰ ਸਕਦੇ ਨੇ ਜੀ। ਹਾਂਜੀ, ਸੋ ਹੁਣ ਮੈਂ ਰਿਕੁਐਸਟ ਕਰਦੀ ਹਾਂ ਪਰਵਿੰਦਰ ਅੰਕਲ ਨੂੰ ਕਿ ਉਹ ਆਪਣੇ ਕੁਝ ਫਾਈਨਲ ਰਿਮਾਰਕਸ ਦੇਣ ਜੀ ਸਾਨੂੰ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਵਿਚਾਰ ਵੀਰ ਜੀ ਨੇ ਲੋਕਾਂ ਵਿੱਚ ਬਖਸ਼ੀ ਹੈ ਜੀ,
ਇਹਨੂੰ ਪੜ੍ਹਨਾ ਵੀ ਸੌਖਾ ਹੈ, ਇਹਨੂੰ ਸੁਣਨਾ ਵੀ ਸੌਖਾ ਹੈ, ਪਰ ਇਹਨੂੰ ਮਨ ਮੰਨ ਜਾਵੇ, ਇਹ ਉਸਦੀ ਬਖਸ਼ਿਸ਼ ਨਾਲ ਹੀ ਸੰਭਵ ਹੈ। ਅਸੀਂ ਆਪਣਾ ਜ਼ੋਰ ਇਹਦੇ ਵਿੱਚ ਨਹੀਂ ਪਾ ਸਕਦੇ। ਹਾਂ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਸਿੱਖਿਆ ਸਾਡੇ ਵਾਸਤੇ ਜ਼ਰੂਰ ਰਾਹ ਬਣਾਉਂਦੀ ਹੈ ਔਰ ਸਾਨੂੰ ਸਹਾਈ ਹੁੰਦੀ ਹੈ। ਇਸ ਵਿਚਾਰ ਨੂੰ ਵਾਰ-ਵਾਰ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ। ਅਸੀਂ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਬੇਟੀ ਨੇ ਸਾਨੂੰ ਦੱਸਿਆ ਵੀ ਦੁਨਿਆਵੀ ਸਾਡੀ ਆਸਾ ਕਿੱਥੇ ਹੈ, ਸੰਸਾਰੀ ਪਦਾਰਥਾਂ ਦੇ ਵਿੱਚ ਜਾਂ ਸੰਸਾਰੀ ਮੱਲਾਂ ਮਾਰਨ ਦੇ ਵਿੱਚ ਜਾਂ ਸਾਡੇ ਪਰਿਵਾਰ ਵਿੱਚ, ਸਾਡੇ ਪ੍ਰੋਫੈਸ਼ਨ ਦੇ ਵਿੱਚ ਅਸੀਂ ਆਸਾਂ ਲਾਈ ਰੱਖਦੇ। ਪਰ ਉਹ ਆਸਾਂ ਅਸੀਂ ਆਪਣੀ ਹਉਮੈ, ਸੂਖਮ ਹਉਮੈ ਨੂੰ ਲੈ ਕੇ ਔਰ ਆਪਣੀ ਲੋੜਾਂ ਦੀ ਪੂਰਤੀ ਵਾਸਤੇ ਅਸੀਂ ਵੀ ਉਹਦੇ ਵਿੱਚ ਹੀ ਫਿੱਟ ਹੁੰਦੇ ਹਾਂ। ਜੇ ਅਸੀਂ ਕਿਸੇ ਤੋਂ ਝੂਠੀ ਆਸ ਮੰਨਦੇ ਹਾਂ ਤੇ ਅਸੀਂ ਵੀ ਕਿਸੇ ਵਾਸਤੇ ਝੂਠੀ ਆਸ। ਬੜਾ ਪਿਆਰਾ ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਚੇਤੇ ਵੀ ਹੋਏਗਾ ਔਰ ਬੜੇ ਸੁਚੇਤ, ਮਤਲਬ ਸਾਨੂੰ ਸੁਚੇਤ ਹੋਣ ਲਈ ਕਹਿੰਦੇ ਹਨ। ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ, ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਜਾਣ ਲੈ। ਆਪਣੇ ਸੁਖ ਸਿਓ ਹੀ ਜਗ ਫਾਂਧਿਓ, ਉਹ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ। ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨ ਆਵਤ ਹੀਰੇ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਖੀਰ ਤੇ ਨਿਰਣਾ ਦਿੰਦੇ ਹਨ ਮਹਾਰਾਜ, ਕਹਿੰਦੇ ਹਨ ਇਹ ਬਿਦ ਕੋ ਵਿਵਹਾਰ ਬਣਿਓ ਹੈ। ਇਹ ਸਾਰੇ ਸੰਸਾਰ ਦਾ ਵਿਵਹਾਰ ਬਣ ਗਿਆ ਹੈ। ਜਾਸਿਓ ਨੇਹ ਲਗਾਇਓ, ਇਹ ਬਿਦ ਕੋ ਵਿਵਹਾਰ ਬਣਿਓ ਹੈ। ਜਾਸਿਓ ਨੇਹ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਏ। ਉਸ ਪਰਮਾਤਮਾ ਤੋਂ ਬਿਨਾ ਕੋਈ ਵੀ ਸਹਾਈ ਹੋਣ ਵਾਲਾ ਨਹੀਂ। ਕੋਈ ਜਾਣੈ ਕਵਨ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾਂ ਕੀ ਨਿਰਮਲ ਰੀਤ। ਮੈਨੂੰ ਲੱਗਦਾ ਹੈ ਜੇ ਸਵਰਗ ਤੇ ਨਰਕਾਂ ਦੀ ਗੱਲ ਕੀਤੀ ਜਾਂਦੀ ਹੈ, ਸਾਡੇ ਹਰ ਰੋਜ਼ ਅਸੀਂ ਕਰਦੇ ਹਾਂ, ਉਹ ਸਾਡੇ ਸਵਰਗ ਤੇ ਨਰਕ ਹੋਰ ਹਨ। ਪਰ ਭਗਤਾਂ ਦੇ, ਨਾਮ ਜਪਣ ਵਾਲਿਆਂ ਦੇ, ਨਾਮ ਰਸੀਆਂ ਦੇ ਸਵਰਗ ਤੇ ਨਰਕ ਉਹਨਾਂ ਦੇ ਹੋਰ ਹਨ। ਸਾਡਾ ਸਵਰਗ ਨਰਕ, ਅਸੀਂ ਸਵਰਗ ਸਮਝਦੇ ਹਾਂ ਸਾਨੂੰ ਐਸ਼ੋ ਇਸ਼ਰਤ ਮਿਲ ਜਾਵੇ, ਵੱਡੇ ਘਰ ਮਿਲ ਜਾਣ, ਸਾਡਾ ਬਹੁਤ ਸਾਰਾ ਪੈਸਾ ਆ ਜਾਵੇ, ਫਿਰ ਅਸੀਂ ਆਪਣੇ ਆਪ ਨੂੰ ਸਵਰਗਾਂ ਵਿੱਚ ਸਮਝਦੇ। ਅਸੀਂ ਕਹਿੰਦੇ ਹਾਂ ਕਿੰਨਾ ਉਸ ਤੋਂ ਸਵਰਗਾਂ ਵਿੱਚ ਰਹਿੰਦਾ ਹੈ। ਤੇ ਨਰਕ ਜਿਹੜਾ ਹੈ ਉਹ ਅਸੀਂ ਹੋਰ ਸਮਝਦੇ ਹਾਂ। ਪਰ ਕਬੀਰ ਜੀ ਜਿਸ ਤਰ੍ਹਾਂ ਕਹਿੰਦੇ ਹਨ, ਚਰਨ ਕਮਲ ਕੀ ਸਵਰਗ ਨਰਕ ਤੇ ਮੈਂ ਰਹਿਓ, ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ। ਉਹ ਸਵਰਗ ਕਿਹੜਾ ਹੈ ਤੇ ਨਰਕ ਕਿਹੜਾ ਹੈ? ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ, ਰਾਜਾ ਫਰਮਾਨ ਆਉਂਦਾ ਹੈ, ਬਸੰਤ ਸਵਰਗ ਲੋਕਾ ਜਿਤ ਤੇ ਪ੍ਰਿਥਵੀ ਨਵ ਖੰਡਨ। ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਕੌਤਕ ਕੋਡ ਤਮਾਸਿਆਂ ਚਿਤਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੀ ਉਜੜ ਸੋਈ ਥਾਓ। ਭਗਤਾਂ ਵਾਸਤੇ ਜਿੱਥੇ ਨਾਮ ਨੂੰ ਵਿਸਾਰਿਆ ਜਾਂਦਾ ਹੈ, ਜਿੱਥੇ ਨਾਮ ਨੂੰ ਭੁਲਾਇਆ ਜਾਂਦਾ ਹੈ, ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਉਹ ਨਰਕ ਹੈ, ਉਹ ਸਭ ਤੋਂ ਵੱਡਾ ਨਰਕ ਹੈ। ਆਸ ਜਿਹੜੀ ਹੈ ਅਸੀਂ ਰੱਖਣੀ ਹੈ, ਪਰ ਆਸ ਅਸੀਂ ਸਗਲ ਸੰਗ ਆਤਮ ਉਦਾਸ ਵਾਲੀ ਜੁਗਤੀ ਲੈ ਕੇ ਰੱਖਣੀ ਹੈ। ਆਸ ਜਿਹੜੀ ਹੈ, ਮਹਾਰਾਜ ਬਾਣੀ ਵਿੱਚ ਫਰਮਾਉਂਦੇ ਹਨ, ਆਸਾ ਬੰਤੀ ਆਸ ਗੁਸਾਈ ਪੂਰੀ ਹੈ, ਦੇਹੋ ਦਰਸ ਮਨ ਚਾਓ ਲਹਿ ਜਾਏ ਵਿਸੂਰੀ ਹੈ। ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ। ਮਨ ਇਹ ਜਿਹੜਾ ਆਸ ਜਿਹੜੀ ਇਹ ਰੱਖਣੀ ਵੀ ਪਰਮਾਤਮਾ ਸਾਨੂੰ ਜਿਹੜਾ ਹੈ ਉਹ ਸਾਡੇ ਨਾਲ ਕਿਤੇ ਮਿਲ ਪਵੇ।
ਆਸ ਦੀ ਵੀ ਕਿੰਨੀ ਆਸ ਰੱਖਣੀ ਹੈ, ਕਿੰਨੇ ਭਰੋਸੇ ਨਾਲ ਆਸ ਰੱਖਣੀ ਹੈ, ਉਹ ਵੀ ਸਾਨੂੰ ਬਾਣੀ ਵਿੱਚ ਸਮਝਾਇਆ ਗਿਆ ਹੈ। ਉਹਦੀ ਉਦਾਹਰਨ ਦਿੱਤੀ ਗਈ ਹੈ ਇੱਕ ਬਬੀਹੇ ਦੀ। ਕਹਿੰਦੇ ਆਸ ਪਿਆਸੀ ਫਿਰ ਕਹਿ ਤਾਈ ਜਿਉਂ ਚਾਤਰਿਕ ਬੁੰਦੇਰੇ, ਕਹੋ ਨਾਨਕ ਜਿਉ ਜੀੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ। ਸੋ ਇਹ ਜਿਹੜੀਆਂ ਆਸਾਂ ਹਨ ਇਹ ਸਾਨੂੰ ਜਿਹੜੀਆਂ ਦੁਨਿਆਵੀ ਆਸਾਂ ਖੁਆਰ ਕਰਦੀਆਂ ਹਨ, ਤੇ ਉਸ ਪਰਮਾਤਮਾ ਦੀ ਜੇ ਸਾਡੀ ਆਸ ਬਣ ਜਾਏਗੀ ਤੇ ਸਾਡਾ ਜਿਹੜਾ ਹੈ ਉਹ ਜੀਵਨ ਦਾ ਰਾਹ ਜਿਹੜਾ ਅਸੀਂ ਕਹਿੰਦੇ ਹਾਂ ਸਾਨੂੰ ਮਿਲ ਸਕਦਾ ਹੈ। ਜੇ ਅਸੀਂ ਬੀਚੇ ਅਟਕਿਓ ਚੀਤ ਹੈ, ਖਾਸ ਕਰਕੇ ਜਿਹੜੇ ਅਸੀਂ ਕਹਿ ਲਈਏ ਸੋ ਕਾਲਡ ਨਾਮ ਜਪਣ ਦੇ ਰਾਹ ਤੇ ਜਿਹੜੇ ਤੁਰੇ ਹਨ, ਉਹ ਬੜੇ ਹੀ ਸੁਚੇਤ ਹੋਣ ਇਸ ਗੱਲ ਤੋਂ। ਇਹ ਬੀਚੇ ਅਟਕਿਓ ਚੀਤ ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ, ਇਹ ਅਸੀਂ ਵਿਚਾਰਨਾ ਹੈ ਆਪਣੇ ਅੰਦਰ ਵੀ ਸਾਡਾ ਚਿੱਤ ਕਿੱਥੇ ਅਟਕਿਆ ਹੈ, ਉਸ ਪਰਮਾਤਮਾ ਦੀ ਯਾਦ ਵਿੱਚ ਅਟਕਿਆ ਹੈ ਕਿ ਹਾਲੇ ਵੀ ਪੜ੍ਹਦਿਆਂ ਸੁਣਦਿਆਂ ਸ਼ਬਦ ਨੂੰ ਗਾਉਂਦਿਆਂ ਵੀ ਸਾਡਾ ਦੁਨਿਆਵੀ ਅਸੀਂ ਮੰਗਾਂ ਦੇ ਵਿੱਚ ਅਸੀਂ ਮੰਗਾਂ ਲਈ ਭੱਜ ਦੌੜ ਕਰ ਰਹੇ ਹਾਂ। ਸੋ ਇਹ ਜਿਹੜਾ ਬਹੁਤ ਗੁੱਝੀ ਵਿਚਾਰ ਹੈ ਜਿਹੜੀ ਮਨ ਵਿੱਚ, ਜੇ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੇ ਸ਼ਬਦ ਨਾਲ ਹੀ ਸਾਡੇ ਮਨ ਵਿੱਚ ਮਨ ਦੀ ਘਾੜਤ ਜੇ ਬਣ ਜਾਏਗੀ, ਫਿਰ ਅਸੀਂ ਇਸ ਵਿਚਾਰ ਦੀ ਅਸਲ ਗਹਿਰਾਈ ਤੱਕ ਪਹੁੰਚ ਸਕਦੇ ਹਾਂ। ਔਰ ਇਹ ਵੀ ਗੱਲ ਪੱਕੀ ਹੈ ਵੀ ਜੀਵਨ ਦੇ ਕਿਸੇ ਸਮੇਂ ਵਿੱਚ ਇਹ ਜਿਹੜੇ ਫਰਮਾਨ ਅਸੀਂ ਪੜ੍ਹੇ, ਮੈਨੂੰ ਕਈ ਵਾਰੀ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ, ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਅਰਥ ਵੀ ਵਿਚਾਰਦੇ ਹਾਂ, ਸੰਗਤ ਵਿੱਚ ਵੀ ਜਾ ਕੇ ਇਸ ਤੇ ਵਿਚਾਰ ਕਰ ਦਿੰਦੇ ਹਾਂ। ਸਮਝ ਪੈਂਦਾ ਹੈ ਵੀ ਕੀ ਵਿਚਾਰ ਹੋ ਰਹੀ ਹੈ, ਮਨ ਸਮਝ ਵੀ ਲੈਂਦਾ ਹੈ, ਪਰ ਮਨ ਜਾਣਤ ਸਭ ਬਾਤ ਜਾਣਤ ਹੀ ਔਗੁਣ ਕਰੇ। ਇਹ ਉਸ ਦਿਨ ਸਹੀ ਮਾਇਨਿਆਂ ਵਿੱਚ ਸਮਝ ਆਉਂਦੀ ਹੈ ਜਿਸ ਦਿਨ ਸਾਡੇ ਜੀਵਨ ਵਿੱਚ ਸਾਨੂੰ ਦੁਨਿਆਵੀ ਜਿਹੜੀਆਂ ਆਸਾਂ ਲਾਉਂਦੇ ਹਾਂ, ਸਾਨੂੰ ਖੁਆਰੀ ਮਿਲਦੀ ਹੈ। ਫਿਰ ਸਾਡੇ ਮਨ ਵਿੱਚ ਉਦੋਂ ਅਸਲ ਇਸ ਫਰਮਾਨ ਦੀ ਵਿਆਖਿਆ, ਅਸਲ ਪ੍ਰਤੱਖ ਹੁੰਦੀ ਹੈ, ਅਨੁਭਵ ਪ੍ਰਕਾਸ਼ ਹੁੰਦਾ ਹੈ ਵੀ ਸਾਨੂੰ ਕਬੀਰ ਜੀ ਨੇ ਬਾਣੀ ਨੇ ਕੀ ਸਮਝਾਇਆ ਸੀ। ਸੋ ਇਹ ਜ਼ਰੂਰ ਅਸੀਂ ਹੁਣੇ ਤੋਂ ਹੀ ਸਮਝ ਲਈਏ ਤੇ ਸਾਡਾ ਜਿਹੜਾ ਹੈ ਜੀਵਨ ਜਿਹੜਾ ਹੈ ਸੁਖਾਲਾ ਹੋ ਸਕਦਾ ਹੈ, ਸੁਹੇਲਾ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੰਕਲ ਨੇ ਬੜੇ ਹੀ ਆਪਣੇ ਸੁਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸੋ ਹੁਣ ਮੈਂ ਰਿਕਵੈਸਟ ਕਰਾਂਗੀ ਕਿ ਹਰਪ੍ਰੀਤ ਕੌਰ ਜੀ ਉਹ ਹੁਣ ਇੱਕ ਵਾਰ ਸਲੋਕ ਪੜ੍ਹ ਦੇਣ ਤਾਂ ਜੋ ਅਸੀਂ ਸਮਾਪਤੀ ਵੱਲ ਵੱਧ ਸਕੀਏ ਜੀ। ਵਾਹਿਗੁਰੂ, ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ ਜੀ, ਬਿਲਕੁਲ। कबीर आशा करिए राम की, अवरै आस निरास, नरक पर है ते मानई, जो हर नाम उदास। कबीर आशा करिए राम की, अवरै आस निरास, नरक पर है ते मानई, जो हर नाम उदास। कबीर सिख साखा बहुते किए, केसो कियो न मीत, चाले थे हर मिलन को, बीच अटक्यो चीत। कबीर सिख साखा बहुते किए, केसो कियो न मीत, चाले थे हर मिलन को, बीच अटक्यो चीत। वाहिगुरु जी का खालसा, वाहिगुरु जी की फतेह। वाहिगुरु जी की फतेह।